ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਕਹਾ ਤੁਛ ਪ੍ਰਭ ਬੁੱਧ ਹਮਾਰੀ ਵਰਣਨ ਨ ਸਕੈ ਮਹਿਮਾ ਜੋ ਤੁਹਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ। ਨਾਨਕ ਪ੍ਰਭ ਸ਼ਰਨਾਗਤੀ ਰਾਖਨ ਕਉ ਸਮਰੱਥ। ਤੁਧ ਆਗੈ ਅਰਦਾਸ ਹਮਾਰੀ ਜਿਉ ਪਿੰਡ ਸਭ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿਮਤਾਂ ਦੇ ਪ੍ਰਜਸ਼ਨੀ ਗੁਰੂ ਗਰੀਬ ਨਿਵਾਜ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚੇ ਪਾਤਸ਼ਾਹ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ। ਸੇਵਾ ਦੀਆਂ ਸੁਭਾਗੀਆਂ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਜੋ ਵੀ ਮਾਈ ਭਾਈ ਇਸ ਅਮੋਲਕ ਸਮੇਂ ਦਾ ਆਪ ਜੀ ਲਾਹਾ ਖੱਟ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਜੋ ਨਿਤਨੇਮ ਅਨੁਸਾਰ ਗੁਰੂ ਚਰਨਾਂ ਦੇ ਵਿੱਚ ਲੜੀਵਾਰ ਕਥਾ ਵਿਚਾਰ ਸੇਵਾ ਸਿਮਰਨ ਕਰਨ ਦੇ ਲਈ, ਮਹਾਰਾਜ ਦੇ ਬਚਨ ਸਰਵਣ ਕਰਨ ਦੇ ਲਈ ਪਹੁੰਚਦੇ ਹੋ, ਸਭ ਸੋਭਾ ਦੇ ਪਾਤਰ ਹੋ। ਆਓ ਸਾਧ ਸੰਗਤ ਜੀ ਯਤਨ ਕਰੀਏ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ, ਗਿਆਨ ਨੂੰ ਹਿਰਦੇ ਧਾਰੀਏ। ਕਿਉਂਕਿ ਅੰਦਰ ਕਮਾਉਣ ਤੋਂ ਬਿਨਾ, ਗੁਰੂ ਦੀ ਬਾਣੀ ਨੂੰ ਅੰਦਰ ਧਾਰਨ ਤੋਂ ਕਰਨ ਤੋਂ ਬਿਨਾ ਕੋਈ ਫਾਇਦਾ ਨਹੀਂ। ਸੰਸਾਰ ਵਿੱਚ ਆ ਕੇ ਚੰਗੇ ਕਰਮ ਨਾ ਕੀਤੇ ਦੁਨੀਆ ਚ ਆਉਣ ਦਾ ਕੋਈ ਲਾਹਾ ਨਹੀਂ। ਮਹਾਰਾਜ ਜੀ ਕਹਿੰਦੇ ਨੇ, ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੇ ਬਈ ਸਾਈਂ ਦੇ ਦਰਬਾਰ। ਅੱਜ ਦਾ ਜਿਹੜਾ ਸ਼ਬਦ ਹੈ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਆਪਣੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕਰਦੇ ਨੇ।
ਕੱਲ ਜੋ ਵਿਚਾਰਿਆ ਸੀ ਕਿ ਗੁਰੂ ਕਿਹਨਾਂ ਨੂੰ ਮਿਲਦਾ ਹੈ, ਉਹ ਆਪੇ ਹੀ ਮਿਲਦਾ ਹੈ, ਆਪੇ ਹੀ ਦੂਰ ਕਰਦਾ ਹੈ, ਸਮੱਤ ਬਖਸ਼ਦਾ ਹੈ। ਫਿਰ ਜਿਹਨੂੰ ਕੁਰਾਹੇ ਪਾਉਣਾ ਹੋਵੇ ਨਾ, ਜਿਸ ਕੋ ਆਪ ਖਵਾਏ ਕਰਤਾ ਖੁਸਲੇ ਚੰਗਿਆਈ, ਜਿਹਨੂੰ ਉਹਨੇ ਖਵਾਰ ਕਰਨਾ ਉਹ ਫਿਰ ਹੋਏਗਾ। ਕਿਉਂਕਿ ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਖੈ ਸੋਏ। ਸਾਡੇ 'ਚ ਕੋਈ ਤਾਕਤ ਨਹੀਂ, ਆਪ ਹੀ ਮੇਲਦਾ ਹੈ, ਸ਼ਬਦ ਰਾਹੀਂ ਆਪਣੇ ਵਿੱਚੋਂ ਸਮਾ ਲੈਂਦਾ ਹੈ। ਫਿਰ ਗੁਰਸਿੱਖਾਂ ਨੇ ਬੇਨਤੀ ਕੀਤੀ, ਕਹਿੰਦੇ ਸਤਿਗੁਰੂ ਜੀ ਆਹ ਮਨ ਜਿਹੜਾ ਹੈ, ਮਨ ਸਾਡਾ ਕਿਸ ਪ੍ਰਕਾਰ ਸੁੱਧ ਹੁੰਦਾ ਹੈ। ਆਹ ਸਰੀਰ ਸਿਰਫ ਲੇਪ ਕੀਤਾ ਹੋਇਆ ਹੈ, ਨਾੜਾਂ ਤੇ ਹੱਡੀਆਂ ਤੇ ਮਾਸ ਦਾ ਲੇਪ ਹੈ। ਇਹ ਮਾਸ ਮਿੱਟੀ, ਮਨ ਦੀ ਕੋਈ ਸ਼ਕਲ ਨਹੀਂ, ਮਨ ਦਾ ਕੋਈ ਆਕਾਰ ਨਹੀਂ, ਮਨ ਦੀ ਕੋਈ ਸਪੀਡ ਮਾਪ ਨਹੀਂ ਸਕਦਾ, ਕਿੰਨੀ ਰਫ਼ਤਾਰ ਹੈ ਜੀ। ਦੁਨੀਆ ਦੀ ਕੋਈ ਸਾਇੰਸ ਸਾਡੇ ਮਨ ਦਾ ਐਕਸਰਾ, MRI, CT ਸਕੈਨ ਨਹੀਂ ਕਰ ਸਕਦੀ। ਮਨ ਕਿਹੋ ਜਿਹਾ, ਮਨ ਵਿੱਚ ਕੀ ਕੁਛ ਰੋਗ ਨੇ, ਕਿਹੜੀ ਹਾਲਤ ਹੋਈ ਹੈ, ਕੀ ਫਾਲਟ ਹੈ ਇਹਦੇ ਵਿੱਚ। ਐਸੀ ਕੋਈ ਮਸ਼ੀਨ ਨਹੀਂ ਜਿਹੜੀ ਮਨ ਦੀ ਫੋਟੋ CT ਸਕੈਨ ਐਕਸਰਾ ਕਰ ਦੇ। ਨਹੀਂ, ਸਾਰੇ ਸਰੀਰ ਦਾ ਵੇਖੋ, ਆਪਾਂ ਨੂੰ ਪਤਾ ਵੀ ਇਤਨੀ ਕੁ ਸਾਇੰਸ ਵੱਧ ਗਈ, ਕੱਲੀ ਕੱਲੀ ਨਾੜ ਦਾ, ਸਭ ਪੁਰਜਿਆਂ ਦਾ, ਸਰੀਰ ਦਾ CT ਸਕੈਨ, MRI, ਐਕਸਰੇ ਹੋ ਜਾਂਦੇ ਨੇ। ਇੰਨਾ ਵੱਡਾ ਸਿਸਟਮ ਹੈ, ਪਰ ਮਨ ਦਾ ਨਹੀਂ। ਮਨ ਦੀ ਕੋਈ ਮਸ਼ੀਨ ਨਹੀਂ ਐਕਸਰਾ ਕਰ ਸਕਦੀ। ਇਹ ਫਿਰ ਮਨ ਜਿਹੜਾ ਅਸ਼ੁੱਧ ਹੈ ਨਾ ਸਾਡਾ, ਕੂੜ ਦੀ ਕੰਧ ਅੰਦਰ, ਮਨ ਸ਼ੁੱਧ ਕਿਵੇਂ ਹੋਏਗਾ? ਮਹਾਰਾਜ ਨੂੰ ਸਵਾਲ ਕੀਤਾ ਸਿੱਖਾਂ ਨੇ, ਮਹਾਰਾਜ ਕਿਰਪਾ ਕਰੋ, ਮਨ ਸ਼ੁੱਧ ਕਿਵੇਂ ਹੋਣਾ ਹੈ, ਇਹ ਵੀ ਦੱਸੋ। ਫਿਰ ਗੁਰੂ ਅਮਰਦਾਸ ਮਹਾਰਾਜ ਵਚਨ ਕਰਦੇ ਆ ਜੀ, ਕਹਿੰਦੇ ਸਤਿਗੁਰ ਸੇਵਿਆ ਮਨ ਨਿਰਮਲਾ, ਭਏ ਪਵਿੱਤ ਸਰੀਰ। ਐ ਗੁਰਸਿੱਖੋ, ਸੱਚੇ ਗੁਰਾਂ ਦੀ ਟਹਿਲ ਕਰਨ ਦੇ ਨਾਲ ਮਨ ਕਈ ਅੰਤਸ਼ਕਰਨ, ਪਾਪਾਂ ਵਿਕਾਰਾਂ ਦੀ ਮੈਲ ਤੋਂ ਛੁਟਕਾਰਾ ਪਾ ਕੇ ਮਨ ਨਿਰਮਲ ਹੋ ਜਾਂਦਾ ਹੈ। ਜੇ ਬੰਦਾ ਗਿਆਨ ਲੈਂਦਾ ਗੁਰਬਾਣੀ ਤੋਂ, ਤਾਂ ਸਤਿਗੁਰ ਸੇਵਿਆ, ਗੁਰੂ ਨੂੰ ਸਿਮਰਨਾ ਪੈਣਾ ਹੈ। ਗੁਰੂ ਦੀ ਬਾਣੀ ਸੁਣ ਕਰਕੇ, ਮਨ ਕਰਕੇ, ਭਾਵ ਆ ਟਹਿਲ ਕਰਨ ਦੇ ਨਾਲ ਅੰਤਸ਼ਕਰਨ, ਜੋ ਬੰਦੇ ਦੇ ਅੰਦਰ ਮਾੜੇ ਖਿਆਲਾਤ, ਫੁਰਨੇ, ਬਿਰਤੀਆਂ, ਸੰਕਲਪ, ਵਿਕਲਪ ਭਰੇ ਪਏ ਨੇ, ਉਹਨਾਂ ਵੱਲੋਂ ਛੁਟਕਾਰਾ ਪਾ ਕੇ ਮਨ ਜਿਹੜਾ ਸ਼ੁੱਧ ਹੋ ਜਾਂਦਾ ਹੈ। ਅਤੇ ਸੇਵਾ ਦੀ ਬਰਕਤ ਨਾਲ ਸਰੀਰ, ਕਹੀਏ ਤਨ ਵੀ ਪਵਿੱਤਰ ਹੋ ਜਾਂਦਾ ਹੈ। ਬੰਦਾ ਸੇਵਾ ਕਰੂਗਾ ਨਾ, ਮਨ ਲਾ ਕੇ, ਸੇਵਾ ਦੀ ਬਰਕਤ ਨਾਲ ਸਰੀਰ ਪਵਿੱਤਰ ਹੋਊਗਾ। ਕਿਉਂਕਿ ਬਿਨਾਂ ਮਨ ਲਾਇਆ, ਬਿਨਾਂ ਚਿੱਤ ਲਾਇਆ, ਨਾ ਤਾਂ ਸਰੀਰ ਪ੍ਰਵਾਨ ਹੋਣਾ, ਨਾ ਪਵਿੱਤਰ ਹੋਣਾ। ਵੈਸੇ ਤਾਂ ਗੰਦ ਦਾ ਢੇਰ ਹੀ ਹੈ ਸਰੀਰ, ਸਭ ਨੂੰ ਪਤਾ ਸਾਨੂੰ। ਮਹਾਰਾਜ ਕਹਿੰਦੇ ਆ, ਕਹੋ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿੱਤ ਲਾਇਆ। ਸਿੱਧੀ ਜੀ ਗੱਲ, ਜੇ ਭਾਈ ਆਹ ਕਰੇਗਾ ਤਾਂ ਆਹ ਹੋਊਗਾ, ਮੋਹਰ ਹੈ। ਸੇਵਾ ਦੀ ਬਰਕਤ ਨਾਲ ਸਰੀਰ ਪਵਿੱਤਰ ਹੋਏਗਾ। ਜਿਸ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪ 12 ਸਾਲ ਗੁਰੂ ਅੰਗਦ ਦੇਵ ਮਹਾਰਾਜ ਦੀ ਸੇਵਾ ਕਰਕੇ ਜੋ ਪਵਿੱਤਰਤਾ ਪ੍ਰਾਪਤ ਕੀਤੀ, ਉਹ ਇਤਿਹਾਸ ਦੇ ਪੰਨਿਆਂ ਤੇ ਜ਼ਾਹਰ ਹੈ।
ਕਿ ਜੇ ਸੇਵਾ ਕਰਦਿਆਂ ਅਚਾਨਕ ਕਿਸੇ ਪਾਪ ਆਤਮਾ ਦੇ ਸਰੀਰ ਦੀ ਹੱਡੀ ਧਰਤੀ ਤੇ ਪਈ ਹੋਈ ਗੁਰੂ ਅਮਰਦਾਸ ਮਹਾਰਾਜ ਦੇ ਚਰਨ ਨੂੰ ਛੋਹ ਗਈ ਤਾਂ ਉਹ ਨਰਕੀ ਜੀਵ ਨਰਕਾਂ ਤੋਂ ਨਿਕਲ ਕੇ ਬੈਕੁੰਠ ਧਾਮ ਨੂੰ ਚਲਾ ਗਿਆ। ਇਤਨੀ ਬਰਕਤ। ਜਦੋਂ ਗੁਰੂ ਅਮਰਦਾਸ ਮਹਾਰਾਜ ਸੇਵਾ ਕਰ ਰਹੇ ਸਨ ਗੁਰੂ ਅੰਗਦ ਸਾਹਿਬ ਜੀ ਦੀ, ਜਦੋਂ ਕਿਤੇ ਕੋਈ ਰਸਤੇ 'ਚ ਪਈ ਹੋਈ ਹੱਡੀ, ਕਿਉਂਕਿ ਪਹਿਲਾਂ ਸਿਸਟਮ ਐਦਾਂ ਦਾ ਸੀਗਾ, ਹੁਣ ਤਾਂ 100 ਸਾਧਨ ਨੇ, ਐਵੇਂ ਜੀਵਾਂ ਦੀਆਂ ਹੱਡੀਆਂ ਰੁਲਦੀਆਂ ਫਿਰਦੀਆਂ ਰਹਿੰਦੀਆਂ ਨੇ। ਮਹਾਰਾਜ ਦੇ ਚਰਨ ਨਾਲ ਛੋਹ ਜਾਂਦੀ ਨਾ ਹੱਡੀ, ਉਹ ਜੀਵ ਨਰਕਾਂ ਨੂੰ ਗਿਆ ਹੁੰਦਾ, ਨਰਕਾਂ 'ਚੋਂ ਵੀ ਨਿਕਲ ਕੇ ਉਹ ਜਦੋਂ ਮਹਾਰਾਜ ਦੇ ਚਰਨ ਦੇ ਨਾਲ ਉਹ ਹੱਡੀ ਛੋਹ ਜਾਂਦੀ, ਉਹਦਾ ਪਾਰ ਉਤਾਰਾ ਹੋ ਜਾਂਦਾ। ਇਤਨੀ ਬਰਕਤ ਹੋ ਗਈ ਸੇਵਾ ਨਾਲ। ਉਹ ਵੀ ਬੈਕੁੰਠ ਧਾਮ ਨੂੰ ਚਲਾ ਗਿਆ ਜੀਵ। ਇਹ ਗੁਰਸੇਵਾ ਦੀ ਪਵਿੱਤਰਤਾ ਦਾ ਪ੍ਰਤੱਖ ਸਬੂਤ ਹੈ। ਜੋ ਇਸ ਪ੍ਰਕਾਰ ਗੁਰੂ ਮਹਾਰਾਜ ਦੀ ਸੇਵਾ ਕਰਨ ਵਾਲੇ ਦਾ ਤਾਂ ਤਨ ਤੇ ਮਨ ਪਵਿੱਤਰ ਹੋ ਜਾਂਦਾ ਹੈ। ਜਿਸ ਦੀ ਗੱਲ ਇਸ ਸ਼ਬਦ ਦੀ ਜੋ ਪਹਿਲੀ ਤੁਕ ਉਹਦੇ ਵਿੱਚ ਕੀਤੀ ਗਈ। ਮਹਾਰਾਜ ਕਹਿੰਦੇ ਨੇ, ਮਨ ਆਨੰਦ ਸਦਾ ਸੁਖ ਪਾਇਆ, ਭੇਟਿਆ ਗਹਿਰ ਗੰਭੀਰ। ਜਿਨ੍ਹਾਂ ਨੂੰ ਕਹਿੰਦੇ ਗਹਿਰ ਕਹੀਏ ਡੂੰਘਾ, ਗੰਭੀਰ ਕਹੀਏ ਨਿਰਹਲ। ਡੂੰਘੇ ਤੋਂ ਡੂੰਘਾ ਭਾਵ ਬ੍ਰਹਮ ਸਰੋਤਰੀ ਬ੍ਰਹਮ ਨੇਸ਼ਟੀ ਗੁਰੂ ਮਿਲਿਆ। ਉਹਨਾਂ ਨੇ ਮਨ ਵਿੱਚ ਪਰਮਾਤਮਾ ਦੀ ਪ੍ਰਾਪਤੀ ਦਾ ਆਨੰਦ ਤੇ ਸਦੀਵ ਆਤਮਿਕ ਸੁਖ ਪਾ ਲਿਆ। ਜਿਨ੍ਹਾਂ ਨੇ ਉਸ ਨੂੰ ਭਾਵ ਗੁਰੂ ਨੂੰ ਸਿਮਰਨਾ ਕੀਤਾ, ਭੇਟ ਲਿਆ, ਜਿਨ੍ਹਾਂ ਨੂੰ ਗੁਰੂ ਮਿਲ ਗਿਆ। ਹੁਣ ਜਿਨ੍ਹਾਂ ਦਾ ਗੁਰੂ ਨਾਲ ਹੀ ਨਹੀਂ ਮਿਲਾਪ ਹੋਇਆ, ਬਾਣੀ ਨਾਲ ਹੀ ਨਹੀਂ ਮਿਲਾਪ ਹੋਇਆ ਜਿਨ੍ਹਾਂ ਦਾ, ਉਹਨਾਂ ਵਾਸਤੇ ਔਖਾ। ਫਿਰ ਕਹਿੰਦੇ ਸਦਾ ਸੁਖ ਪਾਇਆ, ਸਦੀਵੀ ਸੁਖ, ਆਤਮਿਕ ਸੁਖ ਪ੍ਰਾਪਤ ਹੋ ਗਿਆ ਉਹਨਾਂ ਨੂੰ। ਸਤਿਗੁਰ ਕਹਿੰਦੇ ਨੇ, ਸੱਚੀ ਸੰਗਤ ਬੈਸਣਾ, ਸੱਚ ਨਾਮ ਮਨ ਧੀਰ। ਕਹਿੰਦੇ ਜੋ ਸੱਚੇ ਪਰਮੇਸ਼ਰ ਦੇ ਨਾਮ ਦੀ ਕਮਾਈ ਕਰਨ ਵਾਲਿਆਂ ਦੀ ਸੰਗਤ ਵਿੱਚ ਬਹਿਣਾ ਕਰਦੇ ਆ ਨਾ ਜੀ, ਬਹਿੰਦੇ ਨੇ ਜਿਹੜੇ ਰੱਬ ਦੇ ਨਾਮ ਜਪਣ ਵਾਲਿਆਂ ਦਾ ਸੰਗ ਜਿਹੜੇ ਕਰਦੇ ਨੇ, ਉਹਨਾਂ ਨੇ ਸੱਚੇ ਨਾਮ ਦੁਆਰਾ ਸੱਚ ਨਾਮ ਮਨ ਧੀਰ ਕਹੀਏ, ਧੀਰਜਤਾ ਵਾਲੇ ਸੁਭਾਵ ਦੇ ਨਾਲ ਆਪਣੇ ਮਨ ਨੂੰ ਪਕੜ ਕੇ ਵਿਸ਼ਿਆਂ ਵੱਲੋਂ ਰੋਕ ਲੈਣਾ ਕੀਤਾ। ਉਹਨਾਂ ਨੂੰ ਸਮਝ ਆ ਗਈ ਕਿ ਮਾੜੇ ਕਰਮ ਮਾੜੇ ਨੇ, ਉਹਨਾਂ ਨੇ ਰੋਕ ਲਿਆ। ਕਿਉਂਕਿ ਇੱਥੇ ਬਾਣੀ ਦਾ ਐਸਾ ਸਹਾਰਾ ਮਿਲਦਾ ਕਿ ਪਰਮੇਸ਼ਰ ਦਿੱਤਾ ਬੰਨਾ, ਦੁਖ ਰੋਗ ਕਾ ਡੇਰਾ ਪੰਨਾ। ਆਨੰਦ ਕਰੇ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ। ਸਾਰੀਆਂ ਥਾਵਾਂ ਤੇ ਸੁਖ ਹੁੰਦਾ ਹੈ। ਪਰਮਾਤਮਾ ਫਿਰ ਦੁੱਖਾਂ ਦਾ ਜਿਹੜਾ ਹੈ, ਉਹ ਵਿਸ਼ਿਆਂ ਦਾ ਰਾਹ ਜਿਹੜਾ ਉੱਥੇ ਡੱਕਾ ਲਾ ਦਿੰਦਾ, ਕਿ ਬੰਨ ਲਾ ਦਿੰਦਾ ਹੈ। ਉਹਨਾਂ ਨੂੰ ਧੀਰਜਤਾ ਮਿਲ ਜਾਂਦੀ ਹੈ। ਉਹਨਾਂ ਨੇ ਆਪਣੇ ਮਨ ਨੂੰ ਵਿਸ਼ਿਆਂ ਵੱਲੋਂ ਰੋਕ ਲਿਆ, ਪਕੜ ਲਿਆ, ਬਸ ਵਿੱਚ ਕਰ ਲਿਆ। ਮਨ ਬੜਾ ਔਖਾ ਕਰਦਾ ਬੰਦੇ ਨੂੰ। ਗੱਲਾਂ ਕਰਨੀਆਂ ਸੌਖੀਆਂ ਨੇ। ਇਹ ਤਾਂ ਮਹਾਰਾਜ ਵੀ ਕਹਿ ਗਏ ਜੀ ਕਿ ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ। ਮਨ ਦਾ ਹੰਕਾਰ ਨਹੀਂ ਕਦੇ ਮਿਟਦਾ। ਇਹ ਤਾਂ ਉਹਦੀ ਕਿਰਪਾ ਹੋਵੇ, ਮਨ ਵਸੇ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਮਨ ਤਾਂ ਵਿੱਚ ਬਸ ਵਿੱਚ ਆ ਸਕਦਾ ਜੇ ਉਹਦੀ ਪੂਰਨ ਤੌਰ ਤੇ ਕਿਰਪਾ ਹੋਏਗੀ। ਕਿਰਪਾ ਤਾਂ ਹੋਏਗੀ ਜੇ ਉਹਨੂੰ ਬਣਾਵਾਂਗੇ ਆਪਣਾ। ਕਬੀਰ ਸਾਹਿਬ ਕਹਿੰਦੇ ਨੇ, ਨੀਠ ਨੀਠ ਮਨ ਕੀਆ ਧੀਰਾ। ਜਿਸ ਪ੍ਰਕਾਰ ਜਿੱਦੀ ਘੋੜੇ ਨੂੰ ਪੁਚਕਾਰ ਕੇ ਚਾਲੇ ਪਾਈਂਦਾ ਨਾ, ਜਿਹੜਾ ਜਿੱਦੀ ਘੋੜਾ ਹੁੰਦਾ,
ਬਾਲਾ ਅੜਬ ਹੁੰਦਾ ਹੈ, ਉਹਨੂੰ ਪੁਚਕਾਰ ਕੇ ਚਾਲੇ ਪਾਈਂਦਾ ਹੌਲੀ ਹੌਲੀ। ਆਪਾਂ ਕਹਿੰਦੇ ਵੀ ਇਹਨੂੰ ਲਾਗੂ ਕੱਢਣਾ ਹੈ। ਉਸੇ ਪ੍ਰਕਾਰ ਇਸ ਮਨ ਨੂੰ ਮਸਾਂ ਧੀਰਜਤਾ ਤੇ ਦੇ ਸਹਿਤ ਵਿਸ਼ੇ ਵਿਕਾਰਾਂ ਵੱਲੋਂ ਮੋੜੀਂਦਾ ਹੈ। ਔਖਾ ਬੜਾ ਹੈ। ਜਿਸ ਦਿਨ ਸਮਝ ਆਉਣ ਲੱਗ ਗਈ ਮਨ ਡਰਨ ਲੱਗ ਜੂ। ਜਿੰਨਾ ਟਾਈਮ ਮਨ ਨਹੀਂ ਨਾ ਡਰਦਾ ਸਮਝੋ ਵੀ ਸਮਝ ਨਹੀਂ ਆਉਂਦੀ। ਨੀਠ ਮਨ ਕੀਆ ਧੀਰਾ, ਪੁਚਕਾਰ ਕੇ ਉਹ ਘੋੜੇ ਵਾਂਗ। ਇਹ ਮਨ ਵੀ ਸਾਡਾ ਥਰਾ ਘੋੜਾ ਹੈ। ਇਤਨਾ ਵੱਡਾ ਸੁਲਤਾਨ ਰਾਜਾ ਹੈ, ਬਸ ਵਿੱਚ ਹੀ ਨਹੀਂ ਆਉਂਦਾ। ਇਤਨਾ ਬੇਈਮਾਨ ਹੈ, ਪਤਾ ਨਹੀਂ ਕਿੱਥੇ ਤੱਕ ਦੌੜ ਲਾ ਆਊਗਾ 1 ਸਕਿੰਟਾਂ 'ਚ। ਇੱਥੇ ਬੈਠੇ ਆ, ਪਤਾ ਨਹੀਂ ਕਿੱਥੇ ਸੁਰਤੀ ਚੱਲ ਜੇ। ਮਨ ਰਾਹੀਂ ਸੋਚਦੇ ਆ, ਪਤਾ ਨਹੀਂ ਕਿੱਥੇ ਕੁ ਲੰਘ ਜਾਣਾ ਇਹਨੇ। ਉਹ ਕਹਿੰਦੇ ਮਸਾਂ ਮਨ ਨੂੰ ਧੀਰਜਤਾ ਵੱਲ ਭਾਵ ਵਿਸ਼ੇ ਵਿਕਾਰਾਂ ਵੱਲੋਂ ਮੋੜੀਂਦਾ। ਗੁਰੂ ਸਾਹਿਬ ਕਹਿੰਦੇ ਨੇ ਮਨ ਰੇ ਸਤਿਗੁਰ ਸੇਵਨ ਸੰਗ। ਐ ਮਨਾ ਤੂੰ ਸਤਿਗੁਰਾਂ ਦੀ ਸੇਵਾ ਨਿਸੰਗ ਕੀ ਇਹ ਸ਼ੰਕਾ ਤੋਂ ਰਹਿਤ ਹੋ ਕੇ ਕਰ। ਭਾਵ ਸੇਵਾ ਕਰਨ ਲੱਗੇ ਸੰਗ ਨਹੀਂ ਕਰਨੀ ਚਾਹੀਦੀ। ਸਾਨੂੰ ਤਾਂ ਡਰ ਲੱਗਦਾ ਮੇਰੇ ਕੱਪੜੇ ਨਾਲ ਲਿਬੜ ਜਾਣ, ਮੈਂ ਕਿਉਂ ਹੱਥ ਹਿਲਾਵਾਂ। ਆਹ ਚੀਜ਼ਾਂ ਨੇ ਜਦ ਅਸੀਂ ਤਨ ਨਾਲ ਹੀ ਨਹੀਂ ਸੇਵਾ ਕਰ ਸਕਦੇ, ਅੰਦਰ ਤਾਂ ਬਹੁਤ ਦੂਰ ਦੀ ਗੱਲ ਆ। ਕਹਿੰਦੇ ਭਾਈਆ ਸੇਵਾ ਕਰ ਲਓ, ਹਾਂ ਜੀ ਕੋਈ ਨਾ। ਅੱਗੇ ਦੇ ਅੱਗੇ ਆਰਡਰ ਲਾਉਣਗੇ, ਦੂਜੇ ਨੂੰ ਕਹਿਣਾ ਫਲਾਣੇ ਨੂੰ ਕਹਿ ਦਿਓ, ਫਲਾਣੇ ਨੂੰ ਕਹਿ ਦਿਓ। ਗੁਰਮੁਖੋ ਆ ਸਰੀਰ ਦਾ ਕੁਛ ਨਹੀਂ ਬਣਦਾ। ਕਹਾਣੀ ਤੁਸੀਂ ਸੁਣੀ ਹੋਣੀ ਪਹਿਲਾਂ। ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਇੱਕ ਆਇਆ ਸੀ ਨਾ ਅਮੀਰ ਘਰ ਦਾ ਲੜਕਾ। ਮਹਾਰਾਜ ਨੇ ਪਾਣੀ ਜਲ ਮੰਗਿਆ ਸੀ, ਸਿੱਖ ਕੋਲ ਹੈ ਨਹੀਂ ਸੀਗਾ। ਉਹਨੇ ਭੱਜ ਕੇ ਲਿਆ ਕੇ ਪਾਣੀ ਦਿੱਤਾ। ਉਹ ਕਿਰਤ ਨਹੀਂ ਸੀ ਕਰਦਾ 10 ਨਾਹਾਂ ਦੀ, ਕਦੇ ਸੰਗਤ ਸੇਵਾ ਨਹੀਂ ਕੀਤੀ ਸੀਗੀ। ਮਹਾਰਾਜ ਨੇ ਉਹਦੇ ਹੱਥ ਦਾ ਪਾਣੀ ਨਹੀਂ ਪੀਤਾ, ਜਲ ਨਹੀਂ ਛਕਿਆ, ਕਿਉਂਕਿ ਕਦੇ ਸਰੀਰ ਸਫਲ ਹੀ ਨਹੀਂ ਕੀਤਾ ਸੇਵਾ ਕਰਕੇ। ਨਿਸੰਗ ਹੋ ਕੇ। ਅਗਲੀ ਗੱਲ, ਨਾਮ ਜਪਣ ਲੱਗਿਆਂ ਵੀ ਸਾਨੂੰ ਸੰਗ ਲੱਗਦੀ ਆ। ਕੱਲ ਜੋ ਵਿਚਾਰ ਕੀਤੀ ਸੀ ਨਾ ਵੀ ਰੋਮ ਨਾਲ ਰੱਬ ਦਾ ਨਾਮ ਜਪਣਾ ਚਾਹੀਦਾ। ਅਸੀਂ ਜਿਹੜੀਆਂ ਗੱਲਾਂ ਨੇ ਦੁਨਿਆਵੀ ਘਰ ਦੀਆਂ ਉਹਨਾਂ ਨੂੰ ਰੋਮ ਨਾਲ ਹੀ ਕਰਦੇ ਆ, ਤਾਂ ਹੀ ਉੱਚੀ ਬੋਲਦੇ ਆ। ਉਦੋਂ ਸਾਡਾ ਰੋਮ ਬੋਲਦਾ ਹੁੰਦਾ ਪ੍ਰੋਪਰ। ਸਾਡਾ ਪੂਰਨ ਧਿਆਨ ਹੁੰਦਾ ਉਹ ਗੱਲਾਂ ਵੱਲ, ਜਿਹੜੀ ਗੱਲ ਕਰਾਂਗੇ ਆਪਾਂ, ਚੰਗੀ ਹੈ ਮਾੜੀ ਹੈ। ਰੋਮ ਜੁੜਿਆ ਹੁੰਦਾ, ਪੂਰਾ ਭੱਜ ਨੱਠ ਬੋਲਾਂਗੇ। ਰੱਬ ਦਾ ਨਾਮ ਜਪੜੋ ਉਦੋਂ ਸੰਗ ਲੱਗਦੀ ਆ। ਨੀਵੀਂ ਜੀ ਪਾ ਕੇ ਬਸ ਹੌਲੀ ਵਾਹਿਗੁਰੂ। ਕਈ ਵਾਰ ਕੋਲ ਬੈਠੇ ਆਪਦੇ ਆਪ ਕੰਨਾਂ ਨੂੰ ਵੀ ਨਹੀਂ ਸੁਣਦਾ। ਬਾਣੀ ਕੀ ਕਹਿੰਦੀ ਆ? ਸੁਣਿਆ, ਮੰਨਿਆ, ਮਨ ਕੀਤਾ ਭਾਉ। 2 ਅਰਥ ਨੇ, ਸੁਣਨਾ, ਮੰਨਣਾ, ਪ੍ਰੇਮ ਕਰਨਾ। ਅਗਲੀ ਗੱਲ, ਆਪਣਾ ਕਿਹਾ ਆਪ ਸੁਣਨਾ। ਜਦੋਂ ਬੋਲਾਂਗੇ ਨਾ ਸਾਨੂੰ ਸਾਡੀ ਆਵਾਜ਼ ਸੁਣੇ, ਗੂੰਜ ਪਵੇ ਅੰਦਰ, ਰੋਮ ਬੋਲੇ। ਜਦੋਂ ਰੋਮ ਨਾਲ ਬੋਲਾਂਗੇ ਤਾਂ ਬੰਦਾ ਪੂਰਾ ਸਤਰਕ ਨਾਲ, ਨਿਸੰਗ ਹੋ ਕੇ। ਸੰਗ ਨਾ ਲੱਗੇ, ਪਤਾ ਨਹੀਂ ਸੰਗ ਲੱਗਦੀ ਆ, ਪਤਾ ਨਹੀਂ ਡਰ ਲੱਗਦਾ ਸਾਨੂੰ। ਮਨ ਰੇ ਸਤਿਗੁਰ ਸੇਵਨ ਸੰਗ। ਉਹਨੇ ਜੇ ਸਮਾਂ ਦਿੱਤਾ ਨਿਸੰਗ ਹੋ ਕੇ ਜਪ, ਨਿਸੰਗ ਹੋ ਕੇ ਸੇਵਾ ਕਰ, ਸੰਗਣਾ ਨਹੀਂ। ਤੇ ਅੱਗੇ ਵਾਰਤ ਆਉਂਦੀ ਹੈ ਜੋ ਉਪਰਤ ਉਪਦੇਸ਼ ਸਿਧਾਂਤ ਗੁਰੂ ਅਮਰਦਾਸ ਮਹਾਰਾਜ ਦੇ ਆਪਣੇ ਨਿੱਜੀ ਜੀਵਨ ਤੇ ਘਟਦਾ ਹੈ। ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਸੇਵਾ ਦੇ ਵਿੱਚ ਜਲ ਭਰ ਕੇ ਲਿਜਾਂਦੇ ਸਨ ਨਾ ਗਾਗਰ, ਰਸਤੇ 'ਚ ਕਿਤੇ ਕੀਲੇ ਨਾਲ ਅੜ ਕੇ ਡਿੱਗ ਪਏ। ਉੱਥੇ ਜੁਲਾਹੇ ਦਾ ਘਰ ਸੀਗਾ। ਉਹਨੇ ਕਿਹਾ, ਕਹਿੰਦਾ ਵੀ ਅੱਧੀ ਰਾਤ ਨੂੰ ਕੌਣ ਆ ਤੁਰਿਆ ਫਿਰਦਾ? ਜਿਹੜਾ ਜੁਲਾਹੇ ਨੇ। ਅੱਗੋਂ ਜੁਲਾਹੀ ਕਹਿਣ ਲੱਗੀ ਅਮਰੂ ਨੂੰ ਥਾਵਾ ਹੋਏਗਾ। ਜੁਲਾਹੇ ਦੇ ਘਰ ਵਾਲੀ ਕਹਿੰਦੀ ਅਮਰੂ ਨੂੰ ਥਾਵਾ ਹੋਏਗਾ।
ਫਿਰ ਐਸਾ ਬਚਨ ਜਿਹੜਾ ਸੀਗਾ ਗੁਰੂ ਅਮਰਦਾਸ ਮਹਾਰਾਜ ਨੂੰ ਸੁਣ ਲਿਆ ਤੇ ਉਹਨੇ ਮਹਾਰਾਜ ਨੇ ਸੁਤੇ ਸਿੱਧ ਸਹਿ ਸੁਭਾਵ ਕੀ ਬਚਨ ਕੀਤਾ, ਕਹਿੰਦਾ ਕਮਲੀਏ ਸਾਡੇ ਤਾਂ ਨਥਾਵਿਆਂ ਦਾ ਥਾਂ ਸਤਿਗੁਰੂ ਪਾਤਸ਼ਾਹ ਜੀ ਨੇ, ਸਾਡੇ ਨਥਾਵਿਆਂ ਦੇ ਸਾਂਭ ਸਾਨੂੰ ਰੱਖਣ ਵਾਲੇ ਗੁਰੂ ਅੰਗਦ ਦੇਵ ਮਹਾਰਾਜ ਹਨ। ਮਹਾਰਾਜ ਨੇ ਬਚਨ ਕਰ ਦਿੱਤਾ ਵੀ ਕਮਲੀਏ ਕੀ ਬੋਲਦੀ ਆ। ਬਸ ਬਚਨ ਕਰਨ ਦੀ ਦੇਰ ਸੀਗੀ, ਉਹ ਕਮਲੀ ਹੋ ਗਈ ਜੀ ਉਸੇ ਸਮੇਂ, ਜੁਲਾਹੇ ਦੇ ਘਰ ਵਾਲੀ। ਫਿਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜਾ ਕਰਕੇ ਇਸ਼ਨਾਨ ਕਰਵਾਇਆ। ਜਦੋਂ ਇਸ਼ਨਾਨ ਕਰਾ ਕੇ ਮਹਾਰਾਜ ਨੇ ਫਿਰ ਬਚਨ ਕੀਤਾ, ਪਹਿਲਾਂ ਸਮਾਧੀ ਸਨ, ਇਸ਼ਨਾਨ ਕਰਵਾਇਆ, ਮਹਾਰਾਜ ਸਮਾਧੀ 'ਚ ਉੱਠੇ, ਗੁਰੂ ਅਮਰਦਾਸ ਮਹਾਰਾਜ ਨੂੰ ਬੁਲਾ ਲਿਆ ਗੁਰੂ ਅੰਗਦ ਸਾਹਿਬ ਜੀ ਨੇ ਤੇ ਕਿਹਾ ਤੁਹਾਨੂੰ ਕਿਸੇ ਨੇ ਕੁਝ ਕਿਹਾ ਤਾਂ ਨਹੀਂ ਰਸਤੇ ਦੇ ਵਿੱਚ। ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ ਮਹਾਰਾਜ ਮੈਨੂੰ ਕਿਸੇ ਨੇ ਕੀ ਕਹਿਣਾ ਸੀਗਾ, ਮੈਨੂੰ ਕਿਸੇ ਨੇ ਕੀ ਆਖਣਾ ਸੀ। ਉਸੇ ਵੇਲੇ ਜਲਾਹਾ ਵੀ ਆ ਗਿਆ, ਉਹਦੇ ਨਾਲ ਕਮਲੀ ਹੋਈ, ਉਹਦੀ ਘਰ ਵਾਲੀ ਵੀ ਸੀ ਜੁਲਾਹੀ, ਜੋ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਕਰਨ ਸਾਰ ਹੀ ਕਮਲੀ ਹੋ ਗਈ ਸੀ। ਜੁਲਾਹੀ ਨਿਆਣਿਆਂ ਨੂੰ ਮਾਰ ਕੁੱਟ ਰਹੀ ਸੀ, ਉਹਨਾਂ ਦੇ ਬੁਰਕੇ ਵੱਢ ਰਹੀ ਸੀਗੀ, ਆਪਣੇ ਕੱਪੜੇ ਪਾੜ ਰਹੀ ਸੀ। ਜਿਸ ਵਕਤ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਕੀਤੇ ਉਸੇ ਵਕਤ ਰਾਜੀ ਹੋ ਗਈ, ਐਸੀ ਕਿਰਪਾ ਹੋ ਗਈ। ਫਿਰ ਮਹਾਰਾਜ ਆਖਣ ਲੱਗੇ ਭਾਈ ਗੁਰੂ ਕਾ ਥਾਉ ਹੋ ਗਿਆ, ਜਿੱਥੇ ਗੁਰੂ ਅਮਰਦਾਸ ਜੀ ਦੀ ਗਾਗਰ ਲਈ ਆਉਂਦੇ ਸਨ ਅਤੇ ਕੀਲੇ ਨਾਲ ਅੜ ਕੇ ਤੁਹਾਡੇ ਕੁੰਡਲ ਵਿੱਚ ਡਿੱਗੇ ਪਏ ਸਨ, ਇਹ ਸਾਡਾ ਸਰੀਰ ਦੇ ਸ਼ਾਂਤ ਹੋਏ ਤੋਂ ਸੰਸਕਾਰ ਸਥਾਨ ਹੋਏਗਾ। ਗੁਰੂ ਅੰਗਦ ਸਾਹਿਬ ਆਖਣ ਲੱਗੇ ਉਸ ਜਲਾਹੇ ਨੂੰ, ਆ ਜੋ ਤੁਹਾਡਾ ਘਰ ਦੇ ਸਾਹਮਣੇ ਕੀਲਾ ਜਿੱਥੇ ਗੁਰੂ ਅਮਰਦਾਸ ਮਹਾਰਾਜ ਡਿੱਗੇ ਸਨ, ਉਹ ਜਦੋਂ ਅਸੀਂ ਸੰਸਾਰ ਵਿੱਚੋਂ ਜਾਣਾ ਹੈ, ਉਹ ਜਗ੍ਹਾ ਤੇ ਜਦੋਂ ਸਾਡਾ ਸਰੀਰ ਸ਼ਾਂਤ ਹੋਣਾ ਨਾ ਸੰਸਕਾਰ ਹੋਏਗਾ। ਇਸ ਕਰਕੇ ਉਹ ਜਗ੍ਹਾ ਜਿਹੜੀ ਹੈ ਤੁਸੀਂ ਸਾਨੂੰ ਦੇ ਦਿਓ, ਜਿੰਨੇ ਮਰਜ਼ੀ ਪੈਸੇ ਲੈ ਲਓ, ਜਿੰਨੇ ਤੁਸੀਂ ਭੇਟਾ ਉਸ ਦੇ ਪੈਸੇ ਮੰਗੋਗੇ ਉਸ ਜਗ੍ਹਾ ਦੇ ਅਸੀਂ ਦੇਵਾਂਗੇ, ਉਹ ਸਾਨੂੰ ਦਿਓ। ਤੁਸੀਂ ਹੁਣ ਖਡੂਰ ਸਾਹਿਬ ਨਹੀਂ ਰਹਿਣਾ। ਜੁਲਾਹੇ ਨੇ ਗੁਰੂ ਅੰਗਦ ਸਾਹਿਬ ਜੀ ਦਾ ਹੁਕਮ ਮੰਨਿਆ ਅਤੇ ਮਨ ਭਾਉਂਦੇ ਜੋ ਮਾਇਆ ਸੀ ਪੈਸੇ ਸੀ ਲੈ ਲਏ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਪੈਸੇ ਦੇ ਦਿੱਤੇ। ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਵੇਲੇ ਉਹ ਜਲਾਹਿਆਂ ਦਾ ਖਾਨਦਾਨ ਉੱਥੇ ਆਇਆ ਸੀ। ਜਦੋਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਨ, ਉਹਨਾਂ ਦੇ ਸਮਿਆਂ ਦੇ ਵਿੱਚ ਉਹ ਜਲਾਹਿਆਂ ਦਾ ਪਰਿਵਾਰ ਜਿਹੜਾ ਸੀ, ਖਾਨਦਾਨ ਜਿਹੜਾ ਸੀ ਆਇਆ ਸੀਗਾ। ਗੁਰੂ ਸਾਹਿਬ ਜੀ ਦੇ ਬਚਨ ਦਾ ਭੈ ਕਰਦੇ ਉੱਥੇ ਪਾਣੀ ਨਹੀਂ ਪੀਂਦੇ। ਗੁਰੂ ਮਹਾਰਾਜ ਦਾ ਬਚਨ, ਉਹਨਾਂ ਨੂੰ ਡਰ ਲੱਗਦਾ ਜਿਵੇਂ ਉਹਨਾਂ ਦੇ ਖਾਨਦਾਨ, ਉਹਨਾਂ ਗੁਰੂ ਦੇ ਉਸ ਅਸਥਾਨ ਦਾ ਪਾਣੀ ਨਹੀਂ ਪੀਂਦੇ। ਉਹ ਕਹਿੰਦੇ ਗੁਰੂ ਸਾਹਿਬ ਜੀ ਦਾ ਬਚਨ ਹੈ ਕਿ ਤੁਸੀਂ ਇੱਥੇ ਆ ਕਰਕੇ ਪਾਣੀ ਵੀ ਨਹੀਂ ਪੀਣਾ। ਉਹ ਹੁਣ ਵੀ ਖਡੂਰ ਸਾਹਿਬ ਦਾ ਪਾਣੀ ਨਹੀਂ ਪੀਂਦੇ। ਜੇਕਰ ਪੀਤਾ ਤਾਂ ਕਿਤੇ ਫੇਰ ਨਾ ਕਮਲੇ ਹੋ ਜਾਈਏ, ਮਨ ਵਿੱਚ ਪਿਆ। ਸੋ ਇਸ ਪ੍ਰਕਾਰ ਐ ਮਨਾ ਗੁਰੂ ਦੀ ਸੇਵਾ ਇਸ ਤਰ੍ਹਾਂ ਸ਼ੰਕਾ ਤੋਂ ਰਹਿਤ ਹੋ ਕੇ ਕਰ, ਭਾਵੇਂ ਕੋਈ ਨਿਰਾਦਰ ਦੇ ਬਚਨ ਵੀ ਕਹੀ ਜਾਵੇ ਤੁਰੀ ਚੱਲੋ। ਬੜੇ ਟੋਕਦੇ ਨੇ, ਭਾਵੇਂ ਕੋਈ ਨਿਰਾਦਰ ਦੇ ਬਚਨ ਵੀ ਕਵੇ, ਆਪਾਂ ਆਪਣਾ ਰਾਹ ਨਹੀਂ ਛੱਡਣਾ। ਜਿਉਂਦੇ ਜੀ ਜਿਉਂਦੇ ਜੀ ਤਕਰੀਬਨ ਕੁਛ ਨਾ ਕੁਛ ਹੁੰਦੀ ਰਹਿੰਦਾ। ਮਰਨ ਤੋਂ ਬਾਅਦ ਤਰੀਫਾਂ ਕਰਦੇ ਨੇ ਲੋਕ, ਮਰਨ ਤੋਂ ਬਾਅਦ ਸਹਾਰੇ ਦਿੰਦੇ ਨੇ। ਸਭ ਚੱਲੇਗਾ। ਤੇਰੀ ਭਗਤ ਨਾ ਛੋਡੂ ਭਾਵੈ ਲੋਕ ਹੱਸੈ। ਕਹਿੰਦੇ ਭਾਵੇਂ ਲੋਕ ਹੱਸਣ, ਤੇਰੀ ਭਗਤ ਨਹੀਂ ਮੈਂ ਛੱਡਣੀ। ਨਥਾਵਾ ਕਿਹਾ, ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਇੱਥੇ ਗੁਰੂ ਨਾਨਕ ਸਾਹਿਬ ਨੂੰ ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ।
ਨਾਨਕ ਨੂੰ ਨੀਚ ਕਿਹਾ, ਕੁਰਾਈਆ ਕਿਹਾ, ਭੂਤਨਾ ਕਿਹਾ, ਬੇਤਾਲਾ ਕਿਹਾ, ਬੇਚਾਰਾ ਕਿਹਾ, ਬੜਾ ਕੁਛ ਕਿਹਾ ਜੀ। ਪਰ ਉਹਨਾਂ ਨੇ ਆਪਣਾ ਮਾਰਗ ਨਹੀਂ ਛੱਡਿਆ। ਜੋ ਮਰਜ਼ੀ ਹੋਈ ਜਾਏ, ਆਪਣੇ ਏਮ ਵੱਲ ਧਿਆਨ ਰੱਖੋ। ਉਦੇਸ਼ ਕੀ ਹੈ? ਜੀਵਨ ਦਾ ਟੀਚਾ, ਪਹੁੰਚਣਾ ਮੰਜ਼ਿਲ ਤੇ। ਤੁਰੇ ਚਲੋ ਨਿਸੰਗ ਹੋ ਕਰਕੇ, ਸੰਗੀਏ ਨਾ, ਡਰੀਏ ਨਾ। ਹੁਣ ਕਈ ਵਾਰ ਐਦਾਂ ਵੀ ਹੁੰਦਾ, ਸੰਗਤ ਜਾਈਏ ਲੋਕ ਕੀ ਕਹਿਣਗੇ, ਜੇ ਮੈਂ ਗੁਰਦੁਆਰੇ ਜਾਣ ਲੱਗ ਗਿਆ। ਕਈ ਤਾਂ ਲੋਕਾਂ ਤੋਂ ਸੰਗਦੀ ਨਹੀਂ ਆਉਂਦੇ, ਕਈ ਤਾਂ ਲੋਕਾਂ ਤੋਂ ਸੰਗਦੀ ਨਹੀਂ ਬਾਣੀ ਪੜ੍ਹਦੇ, ਲੋਕਾਂ ਤੋਂ ਸੰਗਦੀ ਨਹੀਂ ਸੇਵਾ ਕਰਦੇ। ਕਈ ਵੀ ਲੋਕਾਂ ਨੇ ਨਹੀਂ ਕਿਸੇ ਨੂੰ ਬਖਸ਼ਣਾ। ਲੋਕ ਤਾਂ ਰੱਬ ਤੋਂ ਵੀ ਦੁਖੀ ਨੇ, ਰੱਬ ਨੂੰ ਵੀ ਮਾੜਾ ਕਹਿੰਦੇ ਨੇ। ਜੇ ਸਾਹਮਣੇ ਆ ਜਾਓ ਉਹਨੂੰ ਵੇਚ ਕੇ ਖਾ ਜਾਣ ਲੋਕ, ਇਤਨੇ ਉੱਪਰ ਚੜ੍ਹੇ ਪਏ ਆ। ਇਸ ਕਰਕੇ ਆਪਣਾ ਮਾਰਗ ਹੈ ਰੱਬ ਦੇ ਰਾਹ ਦਾ, ਗੁਰੂ ਦਾ। ਤੁਰੇ ਚਲੀਏ। ਸਤਿਗੁਰ ਸੇਵਿਆ ਹਰ ਮਨ ਵਸੈ, ਲਗੇ ਨਾ ਮੈਲ ਪਤੰਗ। ਗੁਰੂ ਦੀ ਸੇਵਾ ਕਰਕੇ ਹਰੀ ਪ੍ਰਮਾਤਮਾ ਜਿਨ੍ਹਾਂ ਦੇ ਮਨ ਵਿੱਚ ਵਸ ਜਾਂਦਾ ਪ੍ਰੇਮੀਓ, ਉਹਨਾਂ ਦੇ ਪਤੰਗ ਕੀ ਇਹ ਸਰੀਰ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜਾ ਉਹਦੀ ਮੈਲ ਨਹੀਂ ਲੱਗਦੀ। ਨਿਸ਼ਾਨੀਆਂ ਨੇ। ਲੱਗੇ ਨਾ ਮੈਲ ਪਤੰਗ, ਇਹ ਫਿਰ ਮੈਲ ਨਹੀਂ ਲੱਗਦੀ। ਉਹਨਾਂ ਦੇ ਪਤੰਗ ਕੀ ਇਹ ਅੰਤਹਿਕਰਨ ਦੇ ਵਿੱਚ ਅਵਿਦਿਆ ਰੂਪੀ ਮੈਲ ਨਹੀਂ ਲੱਗਦੀ। ਰੰਚਕ ਮਾਤਰ ਵੀ ਉਹਨਾਂ ਨੂੰ ਮੈਲ ਨਹੀਂ ਵਿਆਪਦੀ। ਉਹ ਸੂਰਜ ਵਾਂਗ ਉਜਲ ਜੀਵਨ ਵਾਲੇ ਹੋ ਜਾਂਦੇ ਨੇ। ਉਹਨਾਂ ਦਾ ਜੀਵਨ ਫਿਰ ਲੋਕਾਂ ਵਾਸਤੇ ਆਈਡਲ ਬਣ ਜਾਂਦਾ। ਲੋਕਾਂ ਵਾਸਤੇ ਇਹ ਨਹੀਂ ਵੀ ਮਾੜਾ ਕਹਿਣਗੇ, ਬਾਅਦ 'ਚ ਆਈਡਲ ਬਣ ਜਾਂਦਾ। ਲੋਕ ਫਿਰ ਉਸ ਬੰਦੇ ਦੇ ਜੀਵਨ ਦੀ ਸੇਧ ਦੇਣ ਲੱਗ ਜਾਂਦੇ ਆ ਵੀ ਫਲਾਣੇ ਨੂੰ ਦੇਖ, ਫਲਾਣੇ ਦਾ ਜੀਵਨ ਵੇਖ। ਪਾਤਰ ਰਵਿਦਾਸ ਜੀ ਕਹਿੰਦੇ ਨੇ, ਕਾਹੇ ਨਾ ਬਾਲਮੀਕੇ ਦੇਖ। ਆਪਣੀ ਬਾਣੀ 'ਚੋਂ ਨੇ ਸੇਧ ਦਿੱਤੀ ਹੈ। ਆਹ ਦੁਨੀਆ ਦੇ ਲੋਕੋ, ਤੁਸੀਂ ਕਿਉਂ ਨਹੀਂ ਧਿਆਨ ਦਿੰਦੇ? ਬਾਲਮੀਕ ਨੂੰ ਕਿਉਂ ਨਹੀਂ ਦੇਖਦੇ? ਜਿਹੜਾ ਇੰਨੀ ਨੀਚ ਕਰਮ ਕਰਦਾ ਸੀਗਾ, ਧਾੜਾ ਮਾਰਦਾ ਸੀ, ਲੋਕਾਂ ਨੂੰ ਲੁੱਟਦਾ ਸੀ, ਉਹ ਵੀ ਨਾਮ ਜਪ ਕੇ ਪਰਮ ਪਦ ਪਾ ਲਿਆ ਉਹਨੇ। ਮਰਾਂ ਦਾ ਜਾਪ ਰਾਮ ਰਾਮ ਬਣ ਗਿਆ। ਉਹਨੂੰ ਕਿਉਂ ਨਹੀਂ ਦੇਖਦਾ? ਤੁਰ। ਫਿਰ ਅੰਤਿਕਰਨ ਦੇ ਵਿੱਚ ਉਹ ਉਜਲ ਜੀਵਨ ਵਾਲੇ ਹੋ ਜਾਂਦੇ ਆ। ਇਸ ਕਰਕੇ ਯਤਨ ਕਰੀਏ ਪ੍ਰੇਮੀਓ ਪਰਮੇਸ਼ਰ ਦੇ ਨਾਮ ਜਪਣ ਦਾ। ਆਪਣੀ ਜੀਵਨ ਦੀ ਘਾਟੀ ਜਿਹੜੀ ਮਿਲੀ ਹੈ, ਇਹਨੂੰ ਉੱਚੀ ਸੁੱਚੀ ਬਣਾਈਏ। ਆਓ ਭੁੱਲਾਂ ਤੋਂ ਖਿਮਾ ਰਹਿੰਦੀਆਂ ਵਿਚਾਰਾਂ ਅੱਗੇ ਵਿਚਾਰਾਂਗੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੀ ਨਾਮ ਧਿਆਇਆ। ਨਾਨਕ ਤੇ ਮੁਖ ਉਜਲੇ, ਜਿਨੀ ਨਾਮ ਧਿਆਇਆ। ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।